आखिरकार नरेंद्र मोदी जी ਨੂੰ किसान बिल वापस लेने पै गए। साथियों, मैं आज देशवासियों से क्षमा मांगते हुए सच्चे मन से और पवित्र हृदय से कहना चाहता हूं कि हमने 3 कृषि कानूनों को वापस लेने का, रिपील करने का निर्णय लिया है। सिर्फ एक ऐलान ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਹਾਲੇ ਉਹਦਾ ਇੱਕ ਡਰਾਫਟ ਤਿਆਰ ਹੋ ਕੇ ਬਾਹਰ ਆਉਣਾ ਹੈ ਔਰ ਉਸ ਡਰਾਫਟ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਲੜਾਈ ਨਰਿੰਦਰ ਮੋਦੀ ਜੀ ਦੇ ਜੀਵਨ ਦੀ ਇੱਕ ਵੱਡੀ ਹਾਰ ਸਾਬਤ ਹੋਣ ਜਾ ਰਹੀ ਹੈ, ਪਰ ਸੱਚ ਤਾਂ ਇਹ ਕਿ ਰਾਜਨੀਤੀ ਵਿੱਚ ਹਾਰ ਤੇ ਜਿੱਤ ਵਰਗਾ ਕੁਝ ਵੀ ਨਹੀਂ ਹੁੰਦਾ। ਰਾਜਨੀਤੀ ਵਾਰ-ਵਾਰ ਚੱਲਦੀ ਹੈ, ਕੋਈ ਚਾਲ ਸਿੱਧੀ ਪੈ ਜਾਂਦੀ ਹੈ, ਕੋਈ ਪੁੱਠੀ ਪੈ ਜਾਂਦੀ ਹੈ ਔਰ ਕੋਈ ਚਾਲ ਫਿਰ ਰੂਪ ਬਦਲ ਕੇ ਸਾਹਮਣੇ ਆ ਜਾਂਦੀ ਹੈ। ਇਸ ਅੰਦੋਲਨ ਨੂੰ ਲੈ ਕੇ ਅਕਾਲੀ ਦਲ ਦੇ ਉੱਪਰ ਬਹੁਤ ਜ਼ਿਆਦਾ ਭਰੋਸਾ ਕੀਤਾ। ਉਹ ਇਹ ਸੋਚਦੇ ਰਹੇ ਕਿ ਜੇ ਪੰਜਾਬ ਦੇ ਕਿਸਾਨ ਸੜਕਾਂ ਤੇ ਉਤਰਨਗੇ ਤਾਂ ਅਕਾਲੀ ਦਲ ਵਾਲੇ ਉਹਨਾਂ ਨੂੰ ਰੋਕ ਲੈਣਗੇ। ਤਾਂ ਹੁਣ ਪੰਜਾਬ ਭਾਜਪਾ ਦੇ ਸਾਹਮਣੇ ਇੱਕ ਚੈਲੰਜ ਸੀ ਕਿ ਉਹਨਾਂ ਨੇ ਸੈਂਟਰ ਸਰਕਾਰ ਨੂੰ ਇਹ ਸਮਝਾਉਣਾ ਸੀ ਕਿ ਖੇਤੀ ਦੇ ਉੱਪਰ ਇਕੱਲੇ ਜੱਟ ਸਿੱਖ ਡਿਪੈਂਡ ਨਹੀਂ ਕਰਦੇ, ਪੂਰੀ ਪੰਜਾਬ ਦੀ ਇਕਨੋਮੀ ਕਰਦੀ ਹੈ, ਮੰਡੀਆਂ ਡਿਪੈਂਡ ਕਰਦੀਆਂ ਨੇ ਜੱਟਾਂ ਨਾਲੋਂ ਕਿਤੇ ਜ਼ਿਆਦਾ। ਤੇ ਹੁਣ ਆਖਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਭ ਤੋਂ ਵੱਡੀ ਗਲਤੀ ਦੀ। आखिरकार नरेंद्र मोदी जी ਨੂੰ किसान बिल वापस लेने पै गए। इस प्रोग्राम में नहीं, मैं कई थावां ਦੇ ਉੱਪਰ ਇਹ ਗੱਲ ਵਾਰ-ਵਾਰ ਕਹੀ ਕਿ ਮੋਦੀ ਸਾਹਿਬ ਨੂੰ ਇਹ ਬਿੱਲ ਵਾਪਸ ਲੈਣੇ ਪੈਣਗੇ। ਭਾਵੇਂ ਲੱਗਦਾ ਨਹੀਂ ਸੀ, ਉਹਨਾਂ ਨੇ ਬਹੁਤ ਵੱਡਾ ਇਸ ਨੂੰ ਆਪਣਾ ਪ੍ਰੈਸਟੀਜ ਇਸ਼ੂ ਬਣਾ ਕੇ ਰੱਖਿਆ। ਉਹਨਾਂ ਦੇ ਸਮਰਥਕਾਂ ਨੇ, ਹੋਰ ਲੀਡਰਾਂ ਨੇ, ਭਾਜਪਾ ਨਾਲ ਜੁੜੇ ਹੋਏ ਲੋਕਾਂ ਨੇ ਵਾਰ-ਵਾਰ ਬਿਆਨ ਦਾਗੇ ਕਿ ਦੁਨੀਆ ਇੱਧਰ ਦੀ ਇੱਧਰ ਹੋ ਜੇ, ਅਸੀਂ ਇਹ ਬਿੱਲ ਵਾਪਸ ਨਹੀਂ ਲਵਾਂਗੇ। ਲੇਕਿਨ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵਾਰ-ਵਾਰ ਇਹੀ ਕਹਿੰਦੇ ਰਹੇ ਕਿ ਨਰਿੰਦਰ ਮੋਦੀ ਜੀ ਨੂੰ ਇਹ ਬਿੱਲ ਵਾਪਸ ਲੈਣੇ ਪੈਣਗੇ। ਇਹ ਵੀ ਕਿਹਾ ਜਾ ਰਿਹਾ ਕਿ ਇਹ ਨਰਿੰਦਰ ਮੋਦੀ ਜੀ ਦੇ ਜੀਵਨ ਦੀ ਬਹੁਤ ਵੱਡੀ ਹਾਰ ਹੈ। ਮੈਂ ਵੀ ਕਿਤੇ ਨਾ ਕਿਤੇ ਇਹ ਲਿਖਿਆ ਸੀ ਕਿ ਇਹ ਲੜਾਈ ਨਰਿੰਦਰ ਮੋਦੀ ਜੀ ਦੇ ਜੀਵਨ ਦੀ ਇੱਕ ਵੱਡੀ ਹਾਰ ਸਾਬਤ ਹੋਣ ਜਾ ਰਹੀ ਹੈ, ਪਰ ਸੱਚ ਤਾਂ ਇਹ ਕਿ ਰਾਜਨੀਤੀ ਵਿੱਚ ਹਾਰ ਤੇ ਜਿੱਤ ਵਰਗਾ ਕੁਝ ਵੀ ਨਹੀਂ ਹੁੰਦਾ। ਰਾਜਨੀਤੀ ਵਾਰ-ਵਾਰ ਚੱਲਦੀ ਹੈ, ਕੋਈ ਚਾਲ ਸਿੱਧੀ ਪੈ ਜਾਂਦੀ ਹੈ, ਕੋਈ ਪੁੱਠੀ ਪੈ ਜਾਂਦੀ ਹੈ ਔਰ ਕੋਈ ਚਾਲ ਫਿਰ ਰੂਪ ਬਦਲ ਕੇ ਸਾਹਮਣੇ ਆ ਜਾਂਦੀ ਹੈ। ਜਿਹੜੇ ਕਿਸਾਨ ਦਿੱਲੀ ਦੇ ਵਿੱਚ ਬੈਠੇ ਨੇ, ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਕਿ ਚਾਹੇ ਜਿੰਨੀ ਦੇਰ ਤੱਕ ਸਾਨੂੰ ਰਿਟਨ ਦੇ ਵਿੱਚ ਕੁਝ ਨਹੀਂ ਮਿਲਦਾ ਜਾਂ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਵਾਪਸ ਨਹੀਂ ਲੈ ਰਹੇ ਜਾਂਦੇ, ਉਹ ਇਹ ਮੋਰਚਾ ਛੱਡ ਕੇ ਵਿੱਚ ਨਹੀਂ ਜਾਣਗੇ। ਉਹ ਬਿਲਕੁਲ ਠੀਕ ਨੇ। ਸਿਰਫ ਇੱਕ ਐਲਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਹਾਲੇ ਉਹਦਾ ਇੱਕ ਡਰਾਫਟ ਤਿਆਰ ਹੋ ਕੇ ਬਾਹਰ ਆਉਣਾ ਹੈ ਔਰ ਉਸ ਡਰਾਫਟ ਦੇ ਵਿੱਚ ਕੁਝ ਵੀ ਹੋ ਸਕਦਾ। ਪਰ ਇੱਕ ਵਾਰੀ ਇਹ ਨਰਿੰਦਰ ਮੋਦੀ ਜੀ ਦੇ ਜੀਵਨ ਦੀ ਵੱਡੀ ਹਾਰ ਹੈ। ਜਿਸ ਵਿਜੇ ਰੱਥ ਦੇ ਉੱਪਰ ਸਵਾਰ ਹੋ ਕੇ ਉਹ ਪੂਰੇ ਦੇਸ਼ ਵਿੱਚ ਘੁੰਮ ਰਹੇ ਸਨ, ਕੋਈ ਜਥੇਬੰਦੀ, ਕੋਈ ਸੰਸਥਾ ਔਰ ਕੋਈ ਵੀ ਪ੍ਰਾਂਤ ਉਹਨਾਂ ਦੇ ਉਸ ਵਿਜੇ ਰੱਥ ਨੂੰ ਰੋਕ ਨਹੀਂ ਸੀ ਪਾ ਰਿਹਾ। ਪੰਜਾਬ ਦੇ ਕਿਸਾਨਾਂ ਨੇ, ਹਰਿਆਣੇ ਦੇ ਕਿਸਾਨਾਂ ਨੇ, ਇੱਦਾਂ ਕਹੋ ਕਿ ਕਿਸਾਨਾਂ ਨੇ, ਕਿਰਤੀ ਨੇ, ਆਮ ਲੋਕਾਂ ਨੇ ਰਲ ਕੇ ਉਹਨਾਂ ਦੇ ਵਿਜੇ ਰੱਥ ਨੂੰ ਰੋਕ ਲਿਆ। ਕਿਵੇਂ ਰੁਕ ਗਿਆ ਇਹ ਰੱਥ? ਇਸ ਗੱਲ ਦਾ ਵਿਸ਼ਲੇਸ਼ਣ ਸ਼ਾਇਦ ਸਾਲਾਂ ਤੱਕ ਹੋਏਗਾ। ਇਹ ਪੰਜਾਬ ਦੇ ਨਹੀਂ ਬਲਕਿ ਦੇਸ਼ ਦੇ ਇਤਿਹਾਸ ਦੀ ਇੱਕ ਬਹੁਤ ਵੱਡੀ ਘਟਨਾ ਹੈ ਕਿ ਇਸ ਤਰੀਕੇ ਦੇ ਨਾਲ ਲੋਕ ਇਕੱਠੇ ਹੋ ਕੇ ਸੜਕਾਂ ਤੇ ਨਿਕਲੇ ਹੋਣ ਤੇ ਉਹਨਾਂ ਨੇ ਇੱਕ ਕਿਸੇ ਪੂਰਨ ਬਹੁਮਤ ਵਾਲੀ ਸਰਕਾਰ ਨੂੰ ਬੈਕਫੁੱਟ ਤੇ ਧੱਕਿਆ ਹੋਵੇ ਤੇ ਉਹਨਾਂ ਨੂੰ ਆਪਣਾ ਕੋਈ ਕਾਨੂੰਨ ਵਾਪਸ ਲੈਣ ਦੇ ਲਈ, ਔਰ ਪ੍ਰੈਸਟੀਜੀਅਸ ਕਾਨੂੰਨ ਜਿਹਦੇ ਉੱਪਰ ਉਹਨਾਂ ਦਾ ਪੂਰੀ ਇੱਦਾਂ ਕਿਉਂਕਿ ਉਹਨਾਂ ਦਾ ਵਕਾਰ ਦਾ ਦੇ ਉੱਪਰ ਲੱਗਿਆ ਹੋਇਆ, ਅਜਿਹਾ ਕਾਨੂੰਨ ਵਾਪਸ ਲੈਣ ਤੇ ਮਜਬੂਰ ਕਰਤਾ। ਇਹ ਬਹੁਤ ਵੱਡੀ ਘਟਨਾ ਹੈ ਜਿਸ ਨੂੰ ਅਸੀਂ ਸਮਾਜ ਵਿਗਿਆਨ ਦੇ ਨਜ਼ਰੀਏ ਤੋਂ, ਆਰਥਿਕਤਾ ਦੇ ਨਜ਼ਰੀਏ ਤੋਂ, ਖੇਤੀਬਾੜੀ ਦੇ ਨਜ਼ਰੀਏ ਤੋਂ ਕਈ ਐਂਗਲਾਂ ਦੇ ਉੱਪਰ ਅਸੀਂ ਇਸ ਨੂੰ ਸਟੱਡੀ ਕਰਾਂਗੇ। ਆਫਕੋਰਸ ਰਾਜਨੀਤਿਕ ਕਾਰਨਾਂ ਦੇ ਕਾਰਨ, ਰਾਜਨੀਤਿਕ ਐਂਗਲ ਤੋਂ ਇਸ ਨੂੰ ਵਾਰ-ਵਾਰ ਸਟੱਡੀ ਕੀਤਾ ਜਾਏਗਾ ਔਰ ਇਹਦੇ ਉੱਪਰ ਚਰਚਾ ਹੋਏਗੀ ਕਿ ਇਸ ਅੰਦੋਲਨ ਦੀ ਕੀ ਭੂਮਿਕਾ ਜਾਂ ਕਿਸ ਤਰੀਕੇ ਨਾਲ ਇਹ ਅੰਦੋਲਨ ਚੱਲਿਆ ਔਰ ਕਿਸ ਤਰੀਕੇ ਦੇ ਨਾਲ ਇਹ ਸਫਲ ਹੋਇਆ। ਪਰ ਪੰਜਾਬ ਪਲੱਸ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਇੱਕ ਵੱਖਰੇ ਨਜ਼ਰੀਏ ਤੋਂ ਇਸ ਅੰਦੋਲਨ ਨੂੰ ਤੇ ਮੋਦੀ ਸਾਹਿਬ ਦੇ ਰਿਸ਼ਤੇ ਨੂੰ ਦੇਖਣਾ ਚਾਹਾਂਗੇ। ਸਾਨੂੰ ਲੱਗਦਾ ਕਿਤੇ ਨਾ ਕਿਤੇ ਮੋਦੀ ਸਾਹਿਬ ਕੋਲੋਂ ਇਸ ਅੰਦੋਲਨ ਦੇ ਵਿੱਚ ਕੁਝ ਗਲਤੀਆਂ ਹੋਈਆਂ ਔਰ ਇੱਕ ਦੋ ਨਹੀਂ ਪੂਰੀਆਂ 10
ਪੂਰੀਆਂ 10 ਵੱਡੀਆਂ ਗਲਤੀਆਂ ਅਸੀਂ ਮਹਿਸੂਸ ਕਰਦੇ ਹਾਂ ਜਿਹੜੀਆਂ ਮੋਦੀ ਸਾਹਿਬ ਨੇ ਕੀਤੀਆਂ। ਆਓ ਪੰਜਾਬ ਪਲੱਸ ਦੇ ਇਸ ਐਪੀਸੋਡ ਦੇ ਵਿੱਚ ਉਹਨਾਂ ਗਲਤੀਆਂ ਤੇ ਨਜ਼ਰ ਮਾਰਦੇ ਹਾਂ ਜਿਨ੍ਹਾਂ ਕਰਕੇ ਮੋਦੀ ਸਾਹਿਬ ਨੂੰ ਇਸ ਨਮੋਸ਼ੀ ਭਰੀ ਸਥਿਤੀ ਦੇ ਵਿੱਚ ਪਹੁੰਚਣਾ ਪਿਆ। ਕਿਸਾਨ ਅੰਦੋਲਨ ਦੇ ਸਬੰਧ ਵਿੱਚ ਨਰਿੰਦਰ ਮੋਦੀ ਸਰਕਾਰ ਦੀ 10ਵੀਂ ਗਲਤੀ, ਉਹਨਾਂ ਨੇ ਇਸ ਅੰਦੋਲਨ ਨੂੰ ਬਹੁਤ ਹਲਕੇ 'ਚ ਲਿਆ। ਸਦਾ ਹੀ ਜਦੋਂ ਇਹ ਅੰਦੋਲਨ ਦਿੱਲੀ ਆ ਕੇ ਵੀ ਬਹਿ ਗਿਆ ਤਾਂ ਉਹਨਾਂ ਨੇ ਸੋਚਿਆ ਕਿ ਠੀਕ ਹੈ, ਆ ਕੇ ਬੈਠ ਕੇ ਨੇ ਕਿਸਾਨ ਦੇਸ਼ ਦੀਆਂ ਸੜਕਾਂ ਦੇ ਉੱਪਰ ਕੀ ਫਰਕ ਪੈਂਦਾ। ਇਸ ਤੋਂ ਪਹਿਲਾਂ ਬਹੁਤ ਵਾਰੀ ਕਿਸਾਨ ਆ ਕੇ ਦੇਸ਼ ਦੀਆਂ ਸੜਕਾਂ ਤੇ ਬੈਠੇ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਦਿਵਾਸੀ ਆਏ, ਹੋਰ ਕਿਸਮ ਦੇ ਲੋਕ ਆਏ, ਜੰਤਰ ਮੰਤਰ ਉੱਪਰ ਧਰਨੇ ਲੱਗੇ ਰਹਿਣਾ ਕੋਈ ਨਵੀਂ ਗੱਲ ਨਹੀਂ ਸੀ। ਉਹਨਾਂ ਨੂੰ ਲੱਗਿਆ ਬਾਕੀ ਲੋਕ ਵੀ ਜਿਵੇਂ ਆ ਕੇ ਸੜਕਾਂ ਤੇ ਬੈਠ ਜਾਂਦੇ ਨੇ ਤੇ ਅਸੀਂ ਗੱਲ ਨਹੀਂ ਕਰਦੇ, ਇੱਕ ਦਿਨ ਉਹ ਅੱਕ ਕੇ ਆਪ ਹੀ ਚਲੇ ਜਾਂਦੇ ਨੇ। ਉਹਨਾਂ ਨੇ ਸੋਚਿਆ ਕਿ ਸ਼ਾਇਦ ਇਹ ਵੀ ਇੱਦਾਂ ਹੀ ਵਾਪਰੇਗਾ, ਜਥੇਬੰਦੀਆਂ ਵਾਲੇ ਨੇ ਇੱਦਾਂ ਹੀ ਕਰਨਗੇ, ਕਿਉਂਕਿ ਕਿਤੇ ਨਾ ਕਿਤੇ ਜਥੇਬੰਦੀ ਵਾਲਿਆਂ ਨੂੰ ਪੰਜਾਬ ਦੇ ਵਿੱਚ ਇਹ ਮਿਹਣਾ ਵੀ ਇਹੀ ਮਿਲਦਾ ਰਿਹਾ ਕਿ ਉਹ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਦੇਣ ਵਾਲੇ ਲੋਕ ਨੇ। ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਖਬਰ ਹੋਏਗੀ ਕਿ ਇਹ ਇੱਦਾਂ ਦੀਆਂ ਜਥੇਬੰਦੀਆਂ ਨੇ, 32 ਜਥੇਬੰਦੀਆਂ ਨੇ, ਸ਼ਾਇਦ ਉਹ ਸੋਚਦੇ ਰਹੇ ਕਿ ਆਪਸ 'ਚ ਪਾੜ ਜਾਣਗੀਆਂ। ਸੋ ਹਰ ਤਰੀਕੇ ਦੇ ਨਾਲ ਉਹਨਾਂ ਨੇ ਇਸ ਅੰਦੋਲਨ ਨੂੰ ਹਲਕੇ ਰੂਪ 'ਚ ਲਿੱਤਾ ਤੇ ਇਸ ਅੰਦੋਲਨ ਨੂੰ ਲਟਕਣ ਦਿੱਤਾ। ਪਰ ਇੱਕ ਚੀਜ਼ ਉਹਨਾਂ ਦਾ ਥਿੰਕ ਟੈਂਕ ਜੋ ਸਮਝ ਨਹੀਂ ਪਾਇਆ ਉਹ ਇਹ ਕਿ ਕਿਸਾਨ ਜਿਹੜੇ ਨੇ ਉਹ ਆਪਣੀ ਥਾਂ ਤੇ ਫਸੇ ਹੋਏ ਨੇ। ਇਹ ਉਹਨਾਂ ਦੀ ਜ਼ਿੰਦਗੀ ਦੀ ਲੜਾਈ ਹੈ। ਜ਼ਮੀਨਾਂ ਨਹੀਂ ਰਹਿਣਗੀਆਂ ਤਾਂ ਫਿਰ ਕਿਸਾਨੀ ਨਹੀਂ ਰਹੇਗੀ, ਕਿਸਾਨੀ ਨਾਲ ਜੁੜੇ ਹੋਏ ਲੋਕ ਨਹੀਂ ਰਹਿਣਗੇ। ਉਹਨਾਂ ਕੋਲੇ ਇਸ ਲੜਾਈ ਨੂੰ ਲੜਨ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਸੀ। ਸੋ ਉਹ ਬੈਠ ਕੇ, ਔਰ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦੇ ਗਏ, ਅਸੀਂ ਆਲਰੇਡੀ ਵਾਰ-ਵਾਰ ਪੰਜਾਬ ਪਲੱਸ ਦੇ ਕਈ ਐਪੀਸੋਡ ਦੇ ਵਿੱਚ ਕਹਿ ਚੁੱਕੇ ਹਾਂ ਕਿ ਇਹ ਅੰਦੋਲਨ ਮੋਦੀ ਸਾਹਿਬ ਦੇ ਬਿੱਲ ਵਾਪਸ ਲੈਣ ਦੇ ਨਾਲ ਹੀ ਖਤਮ ਹੋਏਗਾ। ਔਰ ਇਹ ਕਦੋਂ ਖਤਮ ਹੋਏਗਾ? ਜਿਵੇਂ ਜਿਵੇਂ ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣੇ ਦੀਆਂ ਚੋਣਾਂ ਨੇੜੇ ਆਉਂਦੀਆਂ ਜਾਣਗੀਆਂ। ਔਰ ਉਹੀ ਹੋਇਆ, ਮੋਦੀ ਸਾਹਿਬ ਆਪਣੇ ਵਿਛਾਏ ਜਾਲ ਦੇ ਵਿੱਚ ਆਪ ਫਸਦੇ ਗਏ। ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਗਈਆਂ ਉਹ ਲਗਾਤਾਰ ਬੈਕਫੁੱਟ ਤੇ ਜਾਂਦੇ ਰਹੇ, ਕਿਉਂਕਿ ਉਹ ਬੰਗਾਲ ਦੀਆਂ ਚੋਣਾਂ ਦੇ ਵਿੱਚ ਕਿਸਾਨਾਂ ਦੇ ਪ੍ਰਭਾਵ ਨੂੰ ਦੇਖ ਚੁੱਕੇ ਸਨ। ਹਾਲਾਂਕਿ ਉਸ ਵੇਲੇ ਲੋਕਾਂ ਨੇ, ਸਾਡੇ ਜਿਹੜੇ ਆਪਣੇ ਲੋਕਾਂ ਨੇ ਮਜ਼ਾਕ ਉਡਾਇਆ ਕਿਸਾਨ ਜਥੇਬੰਦੀਆਂ ਦਾ, ਇਹ ਕਹਿ ਕੇ ਕਿ ਉਹ ਦਿੱਲੀ ਦਾ ਅੰਦੋਲਨ ਛੱਡ ਕੇ ਬੰਗਾਲ 'ਚ ਕੀ ਕਰਦੇ ਫਿਰਦੇ ਨੇ, ਜਹਾਜ਼ ਦੇ ਝੂਟੇ ਲੈ ਰਹੇ ਨੇ। ਲੇਕਿਨ ਬੰਗਾਲ ਦੇ ਵਿੱਚ ਜਿਹੜੀ ਜ਼ਬਰਦਸਤ ਸ਼ਿਕਸਤ ਮੋਦੀ ਸਰਕਾਰ ਨੂੰ ਮਿਲੀ, ਕਿਤੇ ਨਾ ਕਿਤੇ ਉਹਦੇ ਵਿੱਚ ਕਿਸਾਨਾਂ ਦੀ ਭੂਮਿਕਾ ਸੀ ਔਰ ਮੋਦੀ ਸਰਕਾਰ ਉਸ ਨੂੰ ਸਮਝਦੀ ਸੀ। ਇਸ ਕਰਕੇ ਉੱਤਰ ਪ੍ਰਦੇਸ਼ ਵਰਗਾ ਵੱਡਾ ਸੂਬਾ ਹੱਥੋਂ ਨਹੀਂ ਸੀ ਗਵਾ ਸਕਦੀ। ਤੇ ਬਸ ਫਿਰ ਜਿਵੇਂ ਹੀ ਇਲੈਕਸ਼ਨ ਨੇੜੇ ਆਏ, ਮੋਦੀ ਸਰਕਾਰ ਨੂੰ ਇਹ ਬਿੱਲ ਵਾਪਸ ਲੈਣੇ ਪਏ। 9ਵੀਂ ਗਲਤੀ, ਮੋਦੀ ਜੀ ਨੇ ਇਸ ਅੰਦੋਲਨ ਨੂੰ ਪੰਜਾਬ ਦਾ ਅੰਦੋਲਨ ਸਮਝ ਕੇ ਸ਼ੁਰੂ ਵਿੱਚ ਬਹੁਤ ਜ਼ਿਆਦਾ ਇਗਨੋਰ ਕੀਤਾ। ਇਹ ਠੀਕ ਹੈ ਕਿ ਉਸ ਵੇਲੇ ਕਿਸਾਨ ਅੰਦੋਲਨ ਜਿੰਨਾ ਵੀ ਸੀ ਉਹ ਪੰਜਾਬ ਦੀਆਂ ਸੜਕਾਂ ਉੱਪਰ ਸੀ ਜਾਂ ਪੰਜਾਬ ਦੇ ਰੇਲਵੇ ਟਰੈਕ ਦੇ ਉੱਪਰ ਸੀ, ਔਰ ਮੋਦੀ ਜੀ ਇਹ ਸਮਝ ਕੇ ਖੁਸ਼ ਹੁੰਦੇ ਰਹੇ ਕਿ ਠੀਕ ਹੈ ਜੇ ਇਸ ਦੇ ਨਾਲ ਜਲੂਸ ਨਿਕਲ ਰਿਹਾ ਤਾਂ ਪੰਜਾਬ ਸਰਕਾਰ ਦਾ ਨਿਕਲ ਰਿਹਾ, ਉਹਨਾਂ ਨੂੰ ਕੀ ਫਰਕ ਪੈਂਦਾ। ਤਾਂ ਬਹੁਤ ਦੇਰ ਤੱਕ ਉਹ ਇਹੀ ਸੋਚ ਕੇ ਇਸੇ ਭੁਲੇਖੇ ਦੇ ਵਿੱਚ ਹੀ ਰਹੇ। ਔਰ ਜੇ ਰੋਕਣ ਦੇ ਲਈ ਉਹਨਾਂ ਨੇ ਵੱਧ ਤੋਂ ਵੱਧ ਜਿਹੜੀ ਕੋਸ਼ਿਸ਼ ਕੀਤੀ, ਉਹ ਬਹੁਤ ਗੰਭੀਰ ਕਿਸਮ ਦੀ, ਕਿਸੇ ਸਰਕਾਰ ਕੋਲੋਂ ਉਮੀਦ ਕੀਤੀ ਜਾਣ ਵਾਲੀ ਕੋਸ਼ਿਸ਼ ਨਹੀਂ ਸੀ ਕਿ ਉਹਨਾਂ ਨੇ ਕੋਇਲੇ ਦੀ ਸਪਲਾਈ ਰੋਕ ਲਈ ਔਰ ਪੰਜਾਬ ਨੂੰ ਥ੍ਰੈਟ ਦਿੱਤਾ ਕਿ ਜੇ ਇਸ ਤਰੀਕੇ ਨਾਲ ਕਿਸਾਨ ਸੜਕਾਂ ਤੇ ਬੈਠੇ ਰਹੇ ਜਾਂ ਰੇਲਵੇ ਟਰੈਕ ਦੇ ਉੱਪਰ ਬੈਠੇ ਰਹੇ ਤਾਂ ਪੰਜਾਬ ਦੇ ਵਿੱਚ ਬਲੈਕ ਆਊਟ ਹੋ ਜਾਏਗਾ। ਤਾਂ ਇਹ ਇੱਕ ਬਹੁਤ ਅਜੀਬ, ਇੱਦਾਂ ਕਹੂੰਗਾ ਕਿ ਬਹੁਤ ਐਮੇਚਿਓਰ ਜਿਹਾ ਫੈਸਲਾ ਸੀ ਜਾਂ ਕਦਮ ਸੀ ਉਹਨਾਂ ਨੇ ਜੋ ਇਸ ਅੰਦੋਲਨ ਨੂੰ ਖਤਮ ਕਰਨ ਦੇ ਲਈ ਉਠਾਇਆ। ਇਸ ਤੋਂ ਇਲਾਵਾ ਉਹਨਾਂ ਨੇ ਇਹੀ ਸੋਚਿਆ ਕਿ ਇਹ ਪੰਜਾਬ ਦਾ ਅੰਦੋਲਨ ਹੈ, ਠੀਕ ਹੈ ਜੇ ਪੰਜਾਬ 'ਚ ਲੋਕ ਬੈਠੇ ਨੇ ਤਾਂ ਬੈਠੇ। ਪਰੰਤੂ ਜਦੋਂ ਇਹ ਅੰਦੋਲਨ ਦਿੱਲੀ ਵਿੱਚ ਪਹੁੰਚਿਆ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਮਾਮਲਾ ਕੁਝ ਹੋਰ ਹੈ। 8ਵੀਂ ਗਲਤੀ ਨਰਿੰਦਰ ਮੋਦੀ ਜੀ ਤੇ ਉਹਨਾਂ ਦੀ ਟੀਮ ਕੋਲੋਂ ਇਹ ਹੋਈ ਕਿ ਉਹਨਾਂ ਨੇ ਇਸ ਅੰਦੋਲਨ ਨੂੰ, ਜਦੋਂ ਇਹ ਅੰਦੋਲਨ ਦਿੱਲੀ ਪਹੁੰਚ ਗਿਆ ਤਾਂ ਇਸ ਅੰਦੋਲਨ ਨੂੰ ਦਬਾਉਣ ਦੇ ਲਈ ਉਹਨਾਂ ਨੇ ਇੱਕ ਥ੍ਰੈਟ ਟੈਕਟਿਕਸ ਇਸਤੇਮਾਲ ਕੀਤਾ। ਕਿਸਾਨ ਅੰਦੋਲਨ ਦੇ ਸਬੰਧ ਵਿੱਚ ਮੋਦੀ ਸਰਕਾਰ ਦੀ 7ਵੀਂ ਗਲਤੀ, ਮੈਂ ਕਹਾਂਗਾ ਬਹੁਤ ਮਾਸੂਮ ਜਿਹੀ ਗਲਤੀ ਹੈ। ਇਹ ਤਾਂ ਉਹਨਾਂ ਨੂੰ ਕਦੇ ਵੀ ਨਹੀਂ ਸੀ ਕਰਨੀ ਚਾਹੀਦੀ। ਉਹਨਾਂ ਨੇ ਇਸ ਅੰਦੋਲਨ ਨੂੰ ਲੈ ਕੇ ਅਕਾਲੀ ਦਲ ਦੇ ਉੱਪਰ ਬਹੁਤ ਜ਼ਿਆਦਾ ਭਰੋਸਾ ਕੀਤਾ। ਉਹ ਇਹ ਸੋਚਦੇ ਰਹੇ ਕਿ ਜੇ ਪੰਜਾਬ ਦੇ ਕਿਸਾਨ ਸੜਕਾਂ ਤੇ ਉਤਰਨਗੇ ਤਾਂ ਅਕਾਲੀ ਦਲ ਵਾਲੇ ਉਹਨਾਂ ਨੂੰ ਰੋਕ ਲੈਣਗੇ, ਕਿਉਂਕਿ ਅਕਾਲੀ ਦਲ ਹੁਣ ਤੱਕ ਕਿਸਾਨਾਂ ਦੀ ਪਾਰਟੀ ਸਮਝਿਆ ਜਾਂਦਾ ਔਰ ਮੰਨਿਆ ਜਾਂਦਾ ਕਿ ਕਿਸਾਨ ਅਕਾਲੀ ਦਲ ਦੇ ਬਹੁਤ ਜ਼ਿਆਦਾ ਨਾਲ ਨੇ। ਔਰ ਜੇ ਤੁਹਾਨੂੰ ਯਾਦ ਹੋਵੇ ਤਾਂ ਸ਼ੁਰੂ ਦੇ ਵਿੱਚ ਅਕਾਲੀ ਦਲ ਨੇ ਅਜਿਹੀ ਕੋਸ਼ਿਸ਼ ਕੀਤੀ ਵੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਤੇ ਮੈਡਮ ਹਰਸਿਮਰਤ ਕੌਰ, ਤਿੰਨਾਂ ਨੇ ਬਿਆਨ ਜਾਰੀ ਕਰਕੇ ਬਕਾਇਦਾ ਵੀਡੀਓਜ਼ ਪਾ ਕੇ ਉਹਨਾਂ ਨੇ ਬਿੱਲਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਔਰ ਕਿਹਾ ਕਿ ਕਾਂਗਰਸ ਬੇਵਜ੍ਹਾ ਪੰਜਾਬ ਦੇ ਵਿੱਚ ਇਸ ਅੰਦੋਲਨ ਨੂੰ ਭੜਕਾ ਰਹੀ ਹੈ। ਲੇਕਿਨ ਜਿਵੇਂ ਜਿਵੇਂ ਅਕਾਲੀ ਦਲ ਨੇ ਮਹਿਸੂਸ ਕਰਨਾ ਸ਼ੁਰੂ ਕਰਤਾ ਕਿ
ਇਹ ਅੰਦੋਲਨ ਕੋਈ ਸਧਾਰਨ ਅੰਦੋਲਨ ਨਹੀਂ ਹੈ। ਪੰਜਾਬ ਦੇ ਕਿਸਾਨ ਔਰ ਪਿੰਡਾਂ ਦੇ ਲੋਕ ਬੜੇ ਦਿਲੋਂ ਇਸ ਦੇ ਨਾਲ ਜੁੜੇ ਹੋਏ ਨੇ। ਉਹਨਾਂ ਅੰਦਰ ਘਬਰਾਹਟ ਪੈਦਾ ਹੋਈ ਤੇ ਉਹ ਛਾਲ ਮਾਰ ਕੇ ਦੂਜੇ ਪਾਸੇ ਚਲੇ ਗਏ। ਮੋਦੀ ਸਰਕਾਰ ਦੇ ਹੀ ਖਿਲਾਫ ਹੋ ਗਏ ਔਰ ਉਹਨਾਂ ਨੇ ਅਸਤੀਫਾ ਦਿੱਤਾ। ਮੈਡਮ ਹਰਸਿਮਰਤ ਨੇ, ਭਾਵੇਂ ਉਹ ਕਿਹੜੇ ਕਾਰਨਾਂ ਕਰਕੇ ਦਿੱਤਾ ਇਹ ਵੱਖਰੀ ਚੀਜ਼ ਹੈ, ਪਰ ਅਕਾਲੀ ਦਲ ਦਾ ਇਹਨਾਂ ਬਿੱਲਾਂ ਦੇ ਮਾਮਲੇ ਦੇ ਵਿੱਚ ਭਾਜਪਾ ਸਰਕਾਰ ਨੂੰ ਛੱਡ ਦੇਣਾ ਇੱਕ ਬਹੁਤ ਵੱਡਾ ਸੈਟਬੈਕ ਸੀ ਭਾਜਪਾ ਦੇ ਲਈ। ਔਰ ਮੈਂ ਸਮਝਦਾ ਇੱਥੇ ਵੀ ਜਿਹੜੀ ਸੀ ਉਹ ਮੋਦੀ ਸਰਕਾਰ ਫਸ ਗਈ। ਤਾਂ ਮੋਦੀ ਸਰਕਾਰ ਦਾ ਅਕਾਲੀ ਦਲ ਦੇ ਉੱਪਰ ਅੰਨਾ ਭਰੋਸਾ ਇਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਉਹਨਾਂ ਦੀ ਇੱਕ ਗਲਤੀ ਸੀ। ਮੋਦੀ ਸਰਕਾਰ ਦੀ ਮੈਂ ਸਮਝਦਾ ਕਿ 6ਵੀਂ ਗਲਤੀ ਇਹ ਰਹੀ ਕਿ ਉਹਨਾਂ ਨੇ ਹਰਿਆਣੇ ਦੇ ਕਿਸਾਨਾਂ ਦੀ ਭੂਮਿਕਾ ਨੂੰ ਸਹੀ ਟਾਈਮ ਤੇ ਨਹੀਂ ਸਮਝਿਆ। ਉਹਨਾਂ ਨੂੰ ਉਮੀਦ ਨਹੀਂ ਸੀ ਕਿ ਹਰਿਆਣਾ ਐਡੇ ਵੱਡੇ ਪੱਧਰ ਦੇ ਉੱਪਰ ਇਸ ਅੰਦੋਲਨ ਨੂੰ ਸਪੋਰਟ ਕਰੇਗਾ, ਕਿਉਂਕਿ ਹਰਿਆਣੇ ਦੇ ਵਿੱਚ ਉਹਨਾਂ ਦੀ ਆਪਣੀ ਸਰਕਾਰ ਹੈ ਔਰ ਮਨੋਹਰ ਲਾਲ ਖੱਟਰ ਜਿਹੜੇ ਨੇ ਉਹ ਕਾਫੀ ਤਿੱਖੇ ਸਿਆਸਤਦਾਨ ਸਮਝੇ ਜਾਂਦੇ ਨੇ। ਆਲਰੇਡੀ ਜਿਹੜੇ ਉਹ ਜਾਟਾਂ ਨੂੰ ਨੀਵਾਂ ਦਿਖਾ ਚੁੱਕੇ ਨੇ ਇੱਕ ਅੰਦੋਲਨ ਦੇ ਵਿੱਚ। ਜੇ ਤੁਹਾਨੂੰ ਉਹ ਮੂਰਥਲ ਵਾਲਾ ਸਾਰਾ ਕਾਂਡ ਯਾਦ ਹੋਵੇ ਤਾਂ ਹਰਿਆਣੇ ਦੇ ਜਿਹੜੇ ਜਾਟ ਨੇ ਉਸ ਕਾਂਡ ਨੂੰ ਆਪਣੇ ਉੱਪਰ ਇੱਕ ਧੱਬੇ ਵਾਂਗੂ ਲੈਂਦੇ ਨੇ ਤੇ ਮੋਦੀ ਸਰਕਾਰ ਨੂੰ ਲੱਗਦਾ ਨਹੀਂ ਸੀ ਕਿ ਸਥਿਤੀ ਜਿਹੜੀ ਹੈ ਉਹਨਾਂ ਦੇ ਹੱਥੋਂ ਇੰਨੀ ਨਿਕਲ ਜਾਏਗੀ। ਪਰ ਨਹੀਂ, ਹਰਿਆਣੇ ਦੀ ਭੂਮਿਕਾ ਇਸ ਅੰਦੋਲਨ ਨੂੰ ਲੈ ਕੇ ਤੁਸੀਂ ਜਾਣਦੇ ਹੋ ਬਹੁਤ ਵੱਡੀ ਹੈ। ਇਸ ਅੰਦੋਲਨ ਨੂੰ ਪੰਜਾਬ ਤੋਂ ਦਿੱਲੀ ਲੈ ਕੇ ਜਾਣ ਦੇ ਵਿੱਚ ਹਰਿਆਣੇ ਦੀ ਭੂਮਿਕਾ ਹੈ ਤੇ ਫਿਰ ਦਿੱਲੀ ਟਿਕੇ ਰਹਿਣ ਦੇਣ ਦੇ ਜਿੰਨੀਆਂ ਕੁ ਵੀ ਸਹੂਲਤਾਂ ਜਾਂ ਜਿੰਨੇ ਕੁ ਵੀ ਸਾਧਨ ਸਨ ਉਹ ਸਾਰੇ ਹਰਿਆਣੇ ਦੇ ਲੋਕਾਂ ਨੇ ਮੁਹੱਈਆ ਕਰਵਾਏ। ਉਹਨਾਂ ਨੇ ਉੱਥੋਂ ਦੇ ਪਿੰਡਾਂ ਦੇ ਵਿੱਚੋਂ ਲੰਗਰ, ਰਾਸ਼ਨ, ਪਾਣੀ ਦੀ ਕਮੀ ਨਹੀਂ ਆਉਣ ਦਿੱਤੀ। ਸਿਕਿਉਰਿਟੀ ਉਹਨਾਂ ਨੇ ਰੱਖੀ। ਜੇ ਤੁਸੀਂ ਦੇਖੋ ਦਿੱਲੀ ਦੇ ਆਊਟਰ ਏਰੀਆ ਦੇ ਉੱਪਰ ਜਿੱਥੇ ਸਾਡੇ ਪੰਜਾਬ ਦੇ ਕਿਸਾਨ ਬੈਠੇ ਸਨ ਤਾਂ ਉੱਥੇ ਹਰਿਆਣੇ ਦੇ ਲੋਕਾਂ ਦੇ ਹੋਣ ਨਾਲ ਕਿੰਨਾ ਵੱਡਾ ਫਰਕ ਪਿਆ। ਉਹਨਾਂ ਦੀ ਸਪੋਰਟ ਮਿਲੀ, ਉਹ ਕਦੇ ਵੀ ਸਾਡੇ ਖਿਲਾਫ ਨਹੀਂ ਗਏ। ਜਰਾ ਇਸ ਸਥਿਤੀ ਨੂੰ ਉਲਟਾ ਕੇ ਦੇਖੋ, ਮੰਨ ਲਓ ਹਰਿਆਣਾ ਸਾਡੇ ਨਾਲ ਨਾ ਹੁੰਦਾ ਤਾਂ ਉੱਥੇ ਇਕੱਲੇ ਪੰਜਾਬ ਦੇ ਕਿਸਾਨ ਬੈਠੇ ਹੁੰਦੇ ਜਿਨ੍ਹਾਂ ਦੇ ਸਿਰ ਤੇ ਪੱਗਾਂ ਨੇ, ਤਾਂ ਤੁਸੀਂ ਸਮਝ ਲਓ ਦਿੱਲੀ ਜਿਹੜੀ ਹੈ ਕੋਈ ਬਹੁਤ ਸੰਵੇਦਨਸ਼ੀਲ ਨਹੀਂ ਹੈ ਸਾਡੀਆਂ ਪੱਗਾਂ ਦੇ ਪ੍ਰਤੀ। ਤਾਂ ਇਹ ਸਥਿਤੀ ਹੋਰ ਹੋਣੀ ਸੀ। ਤਾਂ ਹਰਿਆਣੇ ਦੇ ਨਾਲ ਹੋਣ ਕਰਕੇ ਇੱਕ ਮੈਂ ਸਮਝਦਾ ਸਾਨੂੰ ਐਕਸਟਰਾ ਸਪੋਰਟ ਮਿਲੀ, ਵੱਡੀ ਤਾਕਤ ਮਿਲੀ। ਔਰ ਇਹ ਨਰਿੰਦਰ ਮੋਦੀ ਸਰਕਾਰ ਦੀ ਫੇਲਿਅਰ ਹੈ ਕਿ ਉਹ ਹਰਿਆਣੇ ਦੇ ਕਿਸਾਨਾਂ ਨੂੰ ਸਹੀ ਤਰੀਕੇ ਦੇ ਨਾਲ ਸਹੀ ਮੌਕੇ ਦੇ ਉੱਪਰ ਉਹਨਾਂ ਦੀ ਭੂਮਿਕਾ ਨੂੰ ਸਮਝ ਨਹੀਂ ਸਕੀ। ਕਿਸਾਨ ਅੰਦੋਲਨ ਨੂੰ ਖਤਮ ਕਰਨ ਦੇ ਲਈ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਜਿੰਨੀਆਂ ਚਾਲਾਂ ਚੱਲੀਆਂ ਉਹ ਉਹਨਾਂ ਦੀ 5ਵੀਂ ਵੱਡੀ ਗਲਤੀ ਹੈ। ਜੇ ਤੁਸੀਂ ਸਾਰੀਆਂ ਚਾਲਾਂ ਨੂੰ ਅੱਜ ਸਟੱਡੀ ਕਰੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਇਹ ਬਹੁਤ ਐਮੈਚਿਓਰ ਸਨ। ਉਹ ਕਿਸੇ ਚੰਗੀ ਸਿਆਣੀ ਪੋਲੀਟੀਕਲ ਪਾਰਟੀ ਕੋਲੋਂ ਉਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸਭ ਤੋਂ ਪਹਿਲਾਂ ਆਪਾਂ ਜੇ ਦੇਖੀਏ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਜਦੋਂ ਅੰਦੋਲਨ ਸੀ ਔਰ ਪੰਜਾਬ ਦੇ ਵਿੱਚੋਂ ਦਿੱਲੀ ਜਾਣ ਦਾ ਪ੍ਰੈਸ਼ਰ ਸੀ ਅੰਦੋਲਨ ਦੇ ਉੱਪਰ, ਤਾਂ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਪੰਜਾਬ ਦੇ ਹਿੰਦੂਆਂ ਦੇ ਵਿੱਚ ਇੱਕ ਪ੍ਰਚਾਰ ਕੀਤਾ ਕਿ ਇਹ ਇਕੱਲੇ ਜੱਟਾਂ ਦਾ ਜਾਂ ਕਿਸਾਨਾਂ ਦਾ ਅੰਦੋਲਨ ਹੈ। ਭਾਵ ਪੰਜਾਬ ਦੇ ਲੋਕਾਂ ਨੂੰ ਆਪਸ 'ਚ ਪਾੜਨ ਦੀ ਕੋਸ਼ਿਸ਼ ਕੀਤੀ। ਉਹ ਸਮਝ ਹੀ ਨਹੀਂ ਪਾਏ ਕਿ ਨਹੀਂ, ਇਹ ਸਾਰੇ ਪੰਜਾਬ ਦਾ ਅੰਦੋਲਨ ਸੀ। ਕਿਉਂ ਸੀ? ਮੈਂ ਇਹਦੇ ਬਾਰੇ ਅਗਾਂਹ ਚੱਲ ਕੇ ਗੱਲ ਕਰਾਂਗਾ। ਫਿਰ 26 ਜਨਵਰੀ ਵਾਲਾ ਜਿਹੜਾ ਕਾਂਡ ਹੋਇਆ, ਤੁਸੀਂ ਦੇਖੋ ਕੁਝ ਲੋਕਾਂ ਨੂੰ ਲਾਲ ਕਿਲ੍ਹੇ ਤੱਕ ਪਹੁੰਚਣ ਦਿੱਤਾ ਗਿਆ। ਇਹ ਸ਼ਰੇਆਮ ਇੱਕ ਸਰਕਾਰੀ ਸਾਜ਼ਿਸ਼ ਸੀ। ਸਾਨੂੰ ਕਿਸੇ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ। ਸਾਡੇ ਲੋਕ ਅਗਿਆਨਤਾ ਵਸ ਉਹਨਾਂ ਦੇ ਵਸ ਪੈ ਗਏ ਜਾਂ ਉਹਨਾਂ ਦੇ ਪਿੱਛੇ ਲੱਗ ਗਏ ਜਾਂ ਉਹਨਾਂ ਦੇ ਜਾਲ ਵਿੱਚ ਫਸ ਗਏ, ਲੇਕਿਨ ਸਾਨੂੰ ਇਸ ਗੱਲ 'ਚ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਇਹ ਇੱਕ ਸਰਕਾਰੀ ਸਾਜ਼ਿਸ਼ ਸੀ। ਸਾਡੇ ਕੁਝ ਲੋਕਾਂ ਨੂੰ ਲਾਲ ਕਿਲ੍ਹੇ 'ਤੇ ਪਹੁੰਚਣ ਦੀ ਇਜਾਜ਼ਤ ਦਿੱਤੀ ਗਈ, ਬਕਾਇਦਾ ਉਹਨਾਂ ਦੀ ਅਗਵਾਨੀ ਕੀਤੀ ਗਈ। ਜਦੋਂ ਉੱਥੇ ਝੰਡਾ ਝੁਲਾ ਦਿੱਤਾ ਗਿਆ ਤੇ ਫਿਰ ਸਾਰੇ ਦੇਸ਼ ਵਿੱਚ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਰਾਸ਼ਟਰਵਾਦ ਉਭਾਰਨ ਦੀ ਕੋਸ਼ਿਸ਼ ਕੀਤੀ ਗਈ। ਜੋ ਝੰਡੇ ਦਾ ਅਪਮਾਨ ਹੋ ਗਿਆ ਜੀ, ਇਹ ਹੋ ਗਿਆ ਜੀ, ਉਹ ਹੋ ਗਿਆ ਜੀ। ਦੇਸ਼ ਦੇ ਲਾਲ ਕਿਲ੍ਹੇ ਦੇ ਉੱਪਰ ਅੱਤਵਾਦੀ ਪਹੁੰਚ ਗਏ ਔਰ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਅੱਤਵਾਦੀ ਨੇ। ਕਿਸਾਨ ਅੰਦੋਲਨ ਦੇ ਸਬੰਧ ਵਿੱਚ ਭਾਜਪਾ ਦੀ ਚੌਥੀ ਵੱਡੀ ਗਲਤੀ ਜਿਹੜੀ ਹੈ, ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਪੰਜਾਬ ਭਾਜਪਾ ਦੀ ਦੇਣ ਹੈ। ਪੰਜਾਬ ਭਾਜਪਾ ਨਾਲ ਜੁੜੇ ਹੋਏ ਲੋਕ ਕੇਂਦਰ ਸਰਕਾਰ ਨੂੰ ਇਹ ਸਮਝਾ ਹੀ ਨਹੀਂ ਪਾਏ ਕਿ ਇਹ ਅੰਦੋਲਨ ਜਿਹੜਾ ਹੈ ਇਹ ਜੱਟਾਂ ਜਾਂ ਕਿਸਾਨਾਂ ਦਾ ਅੰਦੋਲਨ ਸਿਰਫ ਨਹੀਂ ਹੈ ਜਾਂ ਸਿੱਖਾਂ ਦਾ ਅੰਦੋਲਨ ਨਹੀਂ ਹੈ। ਕਿਤੇ ਨਾ ਕਿਤੇ ਅਤੀਤ ਦੇ ਅਨੁਭਵ ਸਾਨੂੰ ਇਹ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਲੜਾਈ ਸ਼ੁਰੂ ਹੁੰਦੀ ਹੈ ਬਹੁਤ ਜਲਦੀ ਉਹ ਸਿੱਖ ਲੜਾਈ ਬਣ ਜਾਂਦੀ ਹੈ ਤੇ ਪੰਜਾਬ ਦੀ ਜਿਹੜੀ ਹਿੰਦੂ ਕਮਿਊਨਿਟੀ ਹੈ ਉਹ ਉਸ ਲੜਾਈ ਤੋਂ ਬਾਹਰ ਹੋ ਜਾਂਦੀ ਹੈ। ਤਾਂ ਫਿਰ ਥੋੜ੍ਹੇ ਜਿਹੇ ਲੋਕ ਜਿਹੜੇ ਨੇ ਉਹ ਪੰਜਾਬ ਦੇ ਲਈ ਲੜਦੇ ਨੇ, ਭਾਵੇਂ ਚੰਡੀਗੜ੍ਹ ਦਾ ਮਸਲਾ ਹੋਵੇ, ਭਾਵੇਂ ਪਾਣੀਆਂ ਦਾ ਮਸਲਾ ਹੋਵੇ। ਤੁਸੀਂ ਦੇਖ ਸਕਦੇ ਹੋ ਕਿ ਹੁਣ ਤੱਕ ਬਹੁਤੀਆਂ ਲੜਾਈਆਂ ਜਿਹੜੀਆਂ ਸਨ ਉਹ ਸਿੱਖ ਹੀ ਲੜਦੇ ਰਹੇ। ਉਹ ਇੱਕ ਇਲਜ਼ਾਮ ਬਣਾ ਦਿੱਤਾ ਗਿਆ ਕਿ ਦੇਖੋ ਜੀ ਕੋਈ ਵੀ ਜਿਹੜੀ ਲੜਾਈ ਹੈ ਪੰਜਾਬ ਦੀ ਉਹ ਸਿੱਖ ਲੜਦੇ ਨੇ ਤੇ ਉਸ ਨੂੰ ਧਰਮ ਦੀ ਲੜਾਈ ਬਣਾ ਲੈਂਦੇ ਨੇ। ਹਕੀਕਤ ਦੇ ਵਿੱਚ ਇਹ ਜ਼ਬਰਦਸਤੀ ਬਣਾ ਦਿੱਤੀ ਜਾਂਦੀ ਰਹੀ ਹੁਣ ਤੱਕ। ਤਾਂ ਹੁਣ ਪੰਜਾਬ ਭਾਜਪਾ ਦੇ ਸਾਹਮਣੇ ਇੱਕ ਚੈਲੰਜ ਸੀ ਕਿ ਉਹਨਾਂ ਨੇ ਸੈਂਟਰ ਸਰਕਾਰ ਨੂੰ ਇਹ ਸਮਝਾਉਣਾ ਸੀ ਕਿ ਖੇਤੀ ਦੇ ਉੱਪਰ ਇਕੱਲੇ ਜੱਟ ਸਿੱਖ ਡਿਪੈਂਡ ਨਹੀਂ ਕਰਦੇ।
ਪੂਰੀ ਪੰਜਾਬ ਦੀ ਇਕਨੋਮੀ ਕਰਦੀ ਹੈ। ਮੰਡੀਆਂ ਡਿਪੈਂਡ ਕਰਦੀਆਂ ਨੇ ਜੱਟਾਂ ਨਾਲੋਂ ਕਿਤੇ ਜ਼ਿਆਦਾ। ਤੇ ਮੰਡੀਆਂ ਦੇ ਵਿੱਚ ਜਿਹੜਾ ਮੱਧ ਵਰਗੀ ਵਪਾਰੀ ਹੈ, ਉਹਦੇ ਵਿੱਚ ਛੋਟੇ ਮਨਿਆਰੀ ਵਾਲੇ ਨੇ, ਹਲਵਾਈ ਨੇ, ਨਾਈ ਨੇ, ਜਾਂ ਅਜਿਹੇ ਕਿੰਨੇ ਲੋਕ ਨੇ ਜਿਹੜੇ ਇਲੈਕਟ੍ਰੋਨਿਕਸ ਦਾ ਸਮਾਨ ਵੇਚਦੇ ਨੇ, ਬੱਸ ਅੱਡਿਆਂ ਦੇ ਬਾਹਰ ਇਹਨਾਂ ਦੀਆਂ ਦੁਕਾਨਾਂ ਨੇ। ਇਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਉਹ ਖੇਤੀ ਉੱਪਰ ਨਿਰਭਰ ਨੇ। ਜਿਸ ਸਾਲ ਫਸਲ ਨਹੀਂ ਹੁੰਦੀ, ਤੁਸੀਂ ਇਹਨਾਂ ਜਾ ਕੇ ਇਹਨਾਂ ਨੂੰ ਪੁੱਛੋ, ਇਹਨਾਂ ਦੇ ਤਾਂ ਉਹਨਾਂ ਦੇ ਤਾਂ ਹੋਸ਼ ਉੱਡ ਜਾਂਦੇ ਨੇ। ਉਹਨਾਂ ਲੋਕਾਂ ਦੇ, ਉਹ ਲੋਕ ਤਾਂ ਦੁਆ ਕਰਦੇ ਨੇ ਜੱਟ ਦੇ ਲਈ ਕਿ ਉਹਨਾਂ ਦੀ ਫਸਲ ਚੰਗੀ ਹੋਵੇ। ਉਹਨਾਂ ਦੀ ਫਸਲ ਚੰਗੀ ਹੋਊਗੀ, ਸਾਰੇ ਪੰਜਾਬ ਦੀ ਆਰਥਿਕਤਾ ਚੰਗੀ ਹੋਊਗੀ। ਔਰ ਅੱਜ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਪੰਜਾਬ ਦੇ ਇਸ ਕਿਸਾਨ ਅੰਦੋਲਨ ਨੂੰ ਪੰਜਾਬ ਦੇ ਆੜ੍ਹਤੀਆਂ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਸਪੋਰਟ ਕੀਤੀ, ਕਿਉਂਕਿ ਉਹਨਾਂ ਦੀ ਆੜ੍ਹਤ ਵੀ ਤਾਂ ਸਾਰੀ ਖੇਤੀ ਉੱਪਰ ਹੀ ਖੜੀ ਹੈ। ਟ੍ਰੈਡੀਸ਼ਨਲ ਤਰੀਕੇ ਨਾਲ ਅੱਜ ਵੀ ਇੱਦਾਂ ਹੀ ਚੱਲਦਾ ਪਿਆ। ਔਰ ਭਾਜਪਾ ਦੇ ਲੋਕਾਂ ਨੇ ਤਾਂ ਆੜ੍ਹਤੀਆਂ ਨੂੰ ਚੋਰ ਕਹਿਤਾ। ਇਹ ਬਹੁਤ ਵੱਡੀ ਗਲਤੀ ਸੀ ਪੰਜਾਬ ਭਾਜਪਾ ਦੀ ਜਾਂ ਸੈਂਟਰ ਦੇ ਭਾਜਪਾ ਦੀ, ਕਿ ਉਹ ਸਮਝ ਹੀ ਨਹੀਂ ਸਕੇ ਕਿ ਖੇਤੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ। ਕੋਈ ਵੀ ਬੰਦਾ ਖੇਤੀ ਨਾਲੋਂ ਟੁੱਟ ਕੇ ਜਿਹੜਾ ਹੈ, ਠੀਕ ਹੈ, ਚੰਦ ਕੁ ਸ਼ਹਿਰਾਂ 'ਚ ਬੈਠੇ ਮਿਡਲ ਕਲਾਸ ਲੋਕ ਜਿਨ੍ਹਾਂ ਨੂੰ ਚੰਗੀਆਂ ਤਨਖਾਹਾਂ ਮਿਲਦੀਆਂ ਨੇ, ਉਹ ਕਿਸਾਨਾਂ ਦੇ ਖਿਲਾਫ ਬੋਲਦੇ ਰਹਿੰਦੇ ਨੇ, ਲੇਕਿਨ ਉਹ ਇੰਨੇ ਕੁ ਘੱਟ ਨੇ, ਉਹਨਾਂ ਦੀ ਸੁਣਦਾ ਕੌਣ। ਤਾਂ ਕਿਤੇ ਨਾ ਕਿਤੇ ਪੰਜਾਬ ਦੇ ਆੜ੍ਹਤੀਆਂ ਦੀ ਔਰ ਬਾਕੀ ਮੱਧ ਵਰਗੀ ਹਿੰਦੂ ਲੋਕਾਂ ਦੀ ਖੇਤੀ ਦੇ ਨਾਲ ਜੁੜੀ ਹੋਈ ਆਰਥਿਕਤਾ ਨੂੰ ਨਾ ਸਮਝਣਾ, ਇਹ ਵੀ ਮੈਨੂੰ ਲੱਗਦਾ ਹੈ ਮੋਦੀ ਸਰਕਾਰ ਦੀ ਇੱਕ ਬਹੁਤ ਵੱਡੀ ਗਲਤੀ ਸੀ। ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਮੋਦੀ ਸਰਕਾਰ ਦੀ ਤੀਜੀ ਗਲਤੀ ਨੂੰ ਮੈਂ ਇੱਕ ਅਖਾਣ ਦੇ ਰਾਹੀਂ ਪੇਸ਼ ਕਰਨਾ ਚਾਹਾਂਗਾ। ਉਹ ਇਹ ਹੈ ਕਿ ਦਹੀਂ ਦੇ ਭੁਲੇਖੇ ਕਪਾਹ ਨੂੰ ਮੂੰਹ ਮਾਰ ਲੈਣਾ। ਜੀ, ਨਰਿੰਦਰ ਮੋਦੀ ਹੋਰਾਂ ਕੋਲੋਂ ਇੱਕ ਇਹ ਵੀ ਗਲਤੀ ਹੋਈ। ਉਹਨਾਂ ਨੇ ਕਸ਼ਮੀਰ ਦੇ ਭੁਲੇਖੇ ਪੰਜਾਬ ਨੂੰ ਉਦਾਂ ਹੀ ਹੱਥ ਪਾ ਲਿਆ। ਕਸ਼ਮੀਰ ਦੇ ਵਿੱਚੋਂ ਤਾਜ਼ਾ 370 ਹਟਾ ਕੇ ਹਟੇ ਸਨ, ਜਿਹੜੀ ਕਿ ਉਹਨਾਂ ਦੇ ਏਜੰਡੇ ਵਿੱਚ ਵੀ ਸੀ, ਔਰ ਕਿਸੇ ਨੇ ਉਹਨਾਂ ਦਾ ਵਿਰੋਧ ਨਹੀਂ ਕੀਤਾ, ਕੋਈ ਆਵਾਜ਼ ਨਹੀਂ ਉੱਠੀ ਕਸ਼ਮੀਰ ਦੇ ਵਿੱਚੋਂ। ਬਹੁਤ ਸਖਤੀ ਨਾਲ ਦਬਾ ਦਿੱਤਾ ਉਹਨਾਂ ਨੇ। ਕਿਸਾਨ ਅੰਦੋਲਨ ਨਾਲ ਜੁੜੀਆਂ ਜੋ ਗਲਤੀਆਂ ਮੋਦੀ ਸਰਕਾਰ ਨੇ ਕੀਤੀਆਂ, ਉਹਨਾਂ ਵਿੱਚੋਂ ਦੋ ਆਖਰੀ ਗਲਤੀਆਂ ਬਹੁਤ ਵੱਡੀਆਂ ਗਲਤੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਗਲਤੀ ਮੈਂ ਸਮਝਦਾ ਕਿ ਇਹ ਸ਼ਰੇਆਮ ਉਹਨਾਂ ਦੀ ਅਫਸਰਸ਼ਾਹੀ ਦੀ ਨਲਾਇਕੀ ਹੈ, ਜਾਂ ਇਹ ਗਲਤੀ ਬਹੁਮਤ ਦੇ ਅੰਨੇ ਜੋਸ਼ ਦੇ ਵਿੱਚ ਹੋਈ। ਉਹਨਾਂ ਨੂੰ ਲੱਗਿਆ ਕਿ ਠੀਕ ਆ, ਕੋਈ ਰੋਕ ਨਹੀਂ ਸਕਦਾ ਸਾਨੂੰ ਇਸ ਦੇਸ਼ ਦੇ ਵਿੱਚ। ਔਰ ਜਿਹੜੀ ਸਭ ਤੋਂ ਵੱਡੀ ਗਲਤੀ ਹੈ, ਮੈਂ ਸਮਝਦਾ ਕਿ ਉਹ ਸਿਆਸੀ ਕਮਜ਼ੋਰੀ ਦੇ ਵਿੱਚੋਂ ਨਿਕਲੀ। ਆਓ ਇਹਨਾਂ ਦੋ ਗਲਤੀਆਂ ਨੂੰ ਵੇਖਦੇ ਹਾਂ। ਮੇਰੇ ਹਿਸਾਬ ਦੇ ਨਾਲ ਦੂਜੀ ਵੱਡੀ ਗਲਤੀ ਜਿਹੜੀ ਮੋਦੀ ਸਰਕਾਰ ਨੇ ਕੀਤੀ ਉਹ ਇਹ ਹੈ ਕਿ ਇਹ ਬਿੱਲ ਜਿਵੇਂ ਤਿਆਰ ਕੀਤੇ, ਉਹ ਤਰੀਕਾ ਬਿਲਕੁਲ ਗਲਤ ਹੈ। ਇੰਨੇ ਕਮਜ਼ੋਰ ਬਿੱਲ ਤਿਆਰ ਕੀਤੇ ਗਏ ਨੇ, ਜਿਨ੍ਹਾਂ ਨੂੰ ਪਿੰਡਾਂ ਦਾ ਇੱਕ ਆਮ ਆਦਮੀ ਵੀ ਸਮਝ ਸਕਦਾ ਹੈ ਕਿ ਇਹਨਾਂ ਬਿੱਲਾਂ ਨੂੰ ਤਿਆਰ ਕਰਨ ਦੇ ਵਿੱਚ ਹੇਰਾਫੇਰੀ ਹੈ, ਇਹਦੇ ਵਿੱਚ ਬਦਨੀਅਤੀ ਹੈ। ਇੱਕ ਤਰੀਕੇ ਦੇ ਨਾਲ ਇਹ ਕਿਸਾਨ ਨੂੰ ਮਾਰਨ ਦੀ, ਉਸ ਨੂੰ ਮਜ਼ਦੂਰ ਬਣਾਉਣ ਦੀ, ਔਰ ਲੰਬੇ ਸਮੇਂ ਵਿੱਚ ਉਹਦੇ ਕੋਲੋਂ ਜ਼ਮੀਨ ਖੋਹ ਲੈਣ ਦੀ ਸਾਜ਼ਿਸ਼। ਅਜੀਬ ਪੁਆਇੰਟ ਨੇ, ਜਿੰਨੀ ਮਰਜ਼ੀ ਸਟੋਰੇਜ ਕਰ ਸਕਦੇ ਨੇ ਜਿਹੜੇ ਵੱਡੇ ਕਾਰਪੋਰੇਟ ਹਾਊਸ ਨੇ, ਔਰ ਉਹਨਾਂ ਦੇ ਖਿਲਾਫ ਕੋਈ ਕਿਸਾਨ ਕੁਝ ਨਹੀਂ ਕਰ ਸਕਦਾ। ਵੱਧ ਤੋਂ ਵੱਧ ਉਹ SDM ਕੋਲ ਜਾ ਸਕਦਾ ਔਰ ਕੇਸ ਵੀ ਨਹੀਂ ਕਰ ਸਕਦਾ ਅਦਾਲਤ ਦੇ ਵਿੱਚ। ਇੱਕ ਨੈਚੁਰਲ ਲਾਅ ਹੈ, ਕਿਸੇ ਨਾਲ ਧੱਕਾ ਹੁੰਦਾ ਸੁਸਾਇਟੀ ਦੇ ਵਿੱਚ ਤਾਂ ਤੁਸੀਂ ਸਮਝੋ ਕਿ ਉਸ ਬੰਦੇ ਕੋਲੇ ਹੱਕ ਹੈ ਕਾਨੂੰਨੀ ਤੌਰ ਤੇ ਅਦਾਲਤ ਵਿੱਚ ਜਾਣ ਦਾ। ਇਹਨਾਂ ਬਿੱਲਾਂ ਨੇ ਉਹ ਹੱਕ ਵੀ ਖੋਲਿਆ। ਇੱਕ ਤਰੀਕੇ ਨਾਲ ਇਹ ਐਮਰਜੈਂਸੀ ਤੋਂ ਵੀ ਵੱਡਾ ਧੱਕਾ ਸੀ ਜਿਹੜਾ ਮੋਦੀ ਸਰਕਾਰ ਕਰਨ ਤੇ ਉਤਰੀ ਹੋਈ ਸੀ। ਔਰ ਇਹ ਬਿੱਲ ਜਿਹੜੇ ਸੀ, ਇਹ ਪੰਜਾਬ ਦੇ ਆਮ ਲੋਕਾਂ ਨੇ ਵੀ ਰੱਦ ਕਰਤੇ। ਇੱਕ ਹੋਰ ਵੀ ਪ੍ਰੋਬਲਮ ਸੀ, ਇਹ ਬਿੱਲ ਸ਼ਰੇਆਮ ਰਾਜਾਂ ਦੇ ਅਧਿਕਾਰ ਨੂੰ ਮਾਰ ਕੇ ਬਣਾਏ ਗਏ ਸਨ। ਖੇਤੀ ਰਾਜਾਂ ਦਾ ਸਬਜੈਕਟ ਹੈ, ਔਰ ਨਰਿੰਦਰ ਮੋਦੀ ਇੱਕਦਮ ਮੈਸੇਜ ਸੁੱਟਣ ਦੇ ਵਿੱਚ ਇਹ ਗਲਤੀ ਖਾ ਗਏ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਮੈਸੇਜ ਦੇ ਦਿੱਤਾ ਕਿ ਬਸ ਹੁਣ ਪੰਜਾਬ ਖਤਮ ਹੈ, ਹੁਣ ਜੋ ਕੁਝ ਸੈਂਟਰ ਕਰੂਗਾ ਉਹੀ ਹੈ। ਔਰ ਪੰਜਾਬ ਦੇ ਲੋਕ ਭਾਸ਼ਾ ਦੇ ਮੁੱਦੇ ਉੱਪਰ, ਹੋਰ ਕਈ ਮੁੱਦਿਆਂ ਦੇ ਉੱਪਰ ਆਲਰੇਡੀ ਭਾਜਪਾ ਤੋਂ ਡਰੇ ਹੋਏ ਸਨ। ਤਾਂ ਜਿਸ ਕਰਕੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਪੰਜਾਬ ਨੇ ਰਿਐਕਟ ਕੀਤਾ ਇਹਨਾਂ ਬਿੱਲਾਂ ਦੇ ਖਿਲਾਫ। ਇਹ ਬਿੱਲ ਜਿਹੜੇ ਸਨ, ਇਹ ਦੇਖਣ ਦੇ ਵਿੱਚ ਹੀ ਲੱਗਦੇ ਆ ਇਹ ਸਾਜ਼ਿਸ਼ੀ ਹੈ, ਔਰ ਆਮ ਲੋਕਾਂ ਨੂੰ ਵੀ ਸਮਝ ਆ ਗਈ ਸੀ ਕਿ ਇਕੱਲੀ ਕਿਸਾਨੀ ਨਹੀਂ, ਜੇ ਇਹ ਬਿੱਲ ਪਾਸ ਹੋ ਗਏ ਪੂਰੇ ਦਾ ਪੂਰਾ ਦੇਸ਼ ਮਰੂਗਾ। ਜਿਸ ਕਰਕੇ ਕਾਫੀ ਮੈਨੂੰ ਲੱਗਦਾ ਕਿ ਵੱਡੇ ਪੱਧਰ ਦੇ ਉੱਪਰ ਪੰਜਾਬ ਨੇ ਇਹਨਾਂ ਬਿੱਲਾਂ ਨੂੰ ਰਿਐਕਟ ਕੀਤਾ। ਔਰ ਇਹ ਬਿੱਲ ਤਿਆਰ ਕਰਨ ਦਾ ਤਰੀਕਾ, ਇਹਨਾਂ ਬਿੱਲਾਂ ਦੀ ਡਰਾਫਟਿੰਗ, ਇੱਕ ਚੀਜ਼ ਜਿਹੜੀ ਆ ਫਾਲਟੀ ਹੈ, ਔਰ ਇਹ ਸਭ ਤੋਂ ਵੱਡੀ ਦੂਜੀ ਗਲਤੀ ਹੈ। ਤੇ ਹੁਣ ਆਖਿਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਭ ਤੋਂ ਵੱਡੀ ਗਲਤੀ ਦੀ, ਜਿਹੜੀ ਕਿ ਮੈਂ ਸੋਚਦਾ ਕਿ ਸਾਨੂੰ ਕਾਫੀ ਗੰਭੀਰਤਾ ਦੇ ਨਾਲ ਵਿਚਾਰਨੀ ਪਏਗੀ। ਜੇ ਮੋਦੀ ਸਰਕਾਰ, ਭਾਜਪਾ ਅਗਾਂਹ ਤੋਂ ਜ਼ਿੰਦਗੀ ਦੇ ਵਿੱਚ ਪੰਜਾਬ ਦੇ ਬਾਰੇ ਕੋਈ ਨੀਤੀ ਬਣਾਉਣਾ ਚਾਹੁੰਦੇ ਨੇ, ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ। ਤੁਸੀਂ ਪੰਜਾਬ ਦੇ ਸੱਭਿਆਚਾਰ ਨੂੰ, ਪੰਜਾਬ ਦੇ ਲੋਕਾਂ ਦੇ
ਸੁਭਾਅ, ਉਹਨਾਂ ਦੀ ਮਾਨਸਿਕਤਾ ਨੂੰ ਸਮਝੇ ਬਿਨਾ ਪੰਜਾਬ ਦੇ ਉੱਪਰ ਰਾਜ ਨਹੀਂ ਕਰ ਸਕਦੇ। ਪੰਜਾਬ ਦੇ ਉੱਪਰ ਇਨਫੈਕਟ ਕੋਈ ਵੀ ਸਹੀ ਤਰੀਕੇ ਨਾਲ ਰਾਜ ਕਰ ਨਹੀਂ ਸਕਿਆ। ਪੰਜਾਬ ਦੇ ਲੋਕ ਆਪਣੇ ਸੁਭਾਅ ਪੱਖੋਂ ਰਾਜਾ ਵਿਰੋਧੀ ਨੇ। ਉਹ ਕਿਸੇ ਨੂੰ ਨਹੀਂ, ਰਾਜੇ ਨੂੰ ਰਾਜਾ ਨਹੀਂ ਸਮਝਦੇ। ਉਹ ਸਾਡੇ ਗੁਰੂਆਂ ਨੇ ਸਾਡੇ ਨਾਮ ਮਗਰ ਸਿੰਘ ਲਾ ਕੇ, ਸਾਡੇ ਸਿਰਾਂ ਤੇ ਪੱਗ ਬਣਾ ਕੇ ਹਰ ਇੱਕ ਪੰਜਾਬੀ ਨੂੰ ਇਹ ਅਹਿਸਾਸ ਦਵਾਤਾ ਕਿ ਤੂੰ ਰਾਜਾ ਹੀ ਹੈ ਬਸ। ਇਸ ਕਰਕੇ ਹਰ ਪੰਜਾਬੀ ਆਪਣੇ ਆਪ ਦੇ ਵਿੱਚ ਰਾਜਾ ਹੈ ਔਰ ਰਾਜਿਆਂ ਦੀ ਕੌਮ ਉੱਪਰ ਰਾਜ ਕਰਨ ਵਾਲੀ ਗੱਲ ਹੈ। ਤਾਂ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਸੁਭਾਅ ਸਮਝਣਾ ਪਏਗਾ।